ਅੱਜ 28 ਅਪ੍ਰੈਲ 2021 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਕੁੱਲ ਕੋਵਿਡ-19 ਐਕਟਿਵ ਪੇਸ਼ੈਂਟਸ ਦੀ ਗਿਣਤੀ ਹੈ 1827। ਅੱਜ ਜਿਹੜੇ ਨਵੇਂ ਪੋਜ਼ੀਟਿਵ ਕੇਸਿਸ ਆਏ ਨੇ 249 ਤੇ ਅੱਜ ਕੋਵਿਡ ਦੇ ਨਾਲ 5 ਜਿਹੜੀਆਂ ਡੈਥਸ ਰਿਪੋਰਟ ਹੋਈਆਂ ਨੇ। ਡਿਸਟ੍ਰਿਕਟ ਦੇ ਵਿੱਚ ਇਸ ਟਾਈਮ 5 ਮਾਈਕਰੋ ਕੰਟੇਨਮੈਂਟ ਜ਼ੋਨਸ ਬਣੇ ਹੋਏ ਨੇ ਜਿੱਥੇ ਲਗਾਤਾਰ ਜਿਹੜੀ ਟੈਸਟਿੰਗ ਚੱਲ ਰਹੀ ਹੈ। ਇਸ ਤੋਂ ਇਲਾਵਾ ਬੈੱਡ ਅਵੇਲੇਬਿਲਿਟੀ ਜਿਹੜੇ ਵੱਖਰੇ ਵੱਖਰੇ ਹਸਪਤਾਲਾਂ ਦੇ ਵਿੱਚ ਹੈ ਉਹਦੇ ਬਾਰੇ ਮੈਂ ਦੱਸਣਾ ਚਾਹੂੰਗੀ ਕਿ ਇਸ ਟਾਈਮ ਡਿਸਟ੍ਰਿਕਟ ਦੇ ਵਿੱਚ ਸਿਵਲ ਹਸਪੀਟਲ ਅਤੇ 4 ਪ੍ਰਾਈਵੇਟ ਹਸਪੀਟਲਸ ਜਿਹੜੇ ਹੈਗੇ ਆ ਮਾਡਰਨ ਹਸਪੀਟਲ, IVY, ਅਮਨ ਅਤੇ ਰਵਜੋਤ ਹਸਪੀਟਲ, ਇਹਨਾਂ ਦੇ ਵਿੱਚ ਕੋਵਿਡ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਜਿੱਥੇ ਲੈਵਲ 2 ਤੇ ਲੈਵਲ 3 ਦਾ ਟ੍ਰੀਟਮੈਂਟ ਅਵੇਲੇਬਲ। ਲੈਵਲ 2 ਜਿੱਥੇ ਥੋੜ੍ਹੇ ਮਾਈਲਡ ਪੇਸ਼ੈਂਟਸ ਦਾ ਟ੍ਰੀਟਮੈਂਟ ਹੁੰਦਾ ਹੈ, ਲੈਵਲ 3 ਜਿੱਥੇ ਕ੍ਰਿਟੀਕਲ ਪੇਸ਼ੈਂਟਸ ਜਿਨ੍ਹਾਂ ਨੂੰ ਹਾਈ ਫਲੋ ਆਕਸੀਜਨ ਅਤੇ ਵੈਂਟੀਲੇਟਰਸ ਦੀ ਜ਼ਰੂਰਤ ਹੈ ਉਹ ਲੈਵਲ 3 ਕਿਹਾ ਜਾਂਦਾ ਹੈ। ਡਿਸਟ੍ਰਿਕਟ ਦੇ ਵਿੱਚ ਟੋਟਲ L2 ਬੈਡਸ ਦੀ ਗਿਣਤੀ ਇਸ ਸਮੇਂ 150 ਹੈ। ਆਕਿਊਪਾਈਡ ਅੱਜ 112 ਬੈਡਸ ਨੇ ਤੇ 31 ਬੈਡਸ ਹਲੇ ਵੀ ਅਵੇਲੇਬਲ ਨੇ। ਇਸੇ ਤਰ੍ਹਾਂ ਲੈਵਲ 3 ਜਿਹੜਾ ਕ੍ਰਿਟੀਕਲ ਟ੍ਰੀਟਮੈਂਟ ਹੈ, ਕ੍ਰਿਟੀਕਲ ਲੈਵਲ ਹੈ, ਉਹਦੇ ਵਿੱਚ ਟੋਟਲ ਅਵੇਲੇਬਿਲਿਟੀ ਆਫ ਬੈਡਸ ਇਨ ਹੁਸ਼ਿਆਰਪੁਰ 25 ਹੈ। ਇਸ ਸਮੇਂ ਆਕਿਊਪਾਈਡ 15 ਨੇ ਤੇ 10 ਬੈਡ ਹਲੇ ਵੀ ਵੇਕੈਂਟ। ਇਹਦੀ ਡਿਟੇਲ ਕਿ ਕਿਹੜੇ ਬੈਡ ਕਿਹੜੇ ਲੈਵਲ ਤੇ ਕਿੱਥੇ ਵੇਕੈਂਟ ਨੇ ਇਹ ਅਸੀਂ ਹਰ ਰੋਜ਼ ਆਪਣੇ ਜਿਹੜੇ ਡਿਸਟ੍ਰਿਕਟ ਫੇਸਬੁੱਕ ਪੇਜ ਹੈ ਅਤੇ ਟਵਿੱਟਰ ਦੇ ਥਰੂ ਵੀ ਸਾਰਿਆਂ ਤੱਕ ਪਹੁੰਚਾ ਰਹੇ ਹਾਂ। ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਜੇਕਰ ਇਹ ਦੇਖਣਾ ਚਾਹੁੰਦੇ ਹੋ ਕਿ ਡਿਸਟ੍ਰਿਕਟ ਦੇ ਵਿੱਚ ਬੈੱਡ ਅਵੇਲੇਬਿਲਿਟੀ ਕੋਵਿਡ ਟ੍ਰੀਟਮੈਂਟ ਨੂੰ ਲੈ ਕੇ ਕਿੰਨੀ ਹੈ ਤਾਂ ਕਿ ਤੁਸੀਂ ਕਿਸੇ ਜ਼ਰੂਰਤਮੰਦ ਪੇਸ਼ੈਂਟ ਨੂੰ ਦੱਸ ਸਕੋ, ਤਾਂ ਤੁਸੀਂ ਡੇਲੀ ਜਿਹੜਾ ਹੈ ਹੁਸ਼ਿਆਰਪੁਰ ਦਾ ਜਿਹੜਾ ਫੇਸਬੁੱਕ ਪੇਜ ਹੈ ਐਂਡ ਈਵਨ ਵੈਬਸਾਈਟ ਉਹਦੇ 'ਤੇ ਇਹਨੂੰ ਚੈੱਕ ਕਰ ਸਕਦੇ ਹੋ। ਮੈਂ ਇਹ ਦੱਸਣਾ ਚਾਹੂੰਗੀ ਕਿ ਪਰਸੋਂ ਯਾਨੀ 30 ਅਪ੍ਰੈਲ ਤੋਂ ਅਸੀਂ ਲੈਵਲ 2 ਤੇ 23 ਬੈਡਸ ਹੋਰ ਐਡ ਕਰਨ ਜਾ ਰਹੇ ਹਾਂ ਜੋ ਕਿ ਸ਼ਿਵਮ ਹਸਪੀਟਲ ਹੁਸ਼ਿਆਰਪੁਰ ਦੇ ਵਿੱਚ ਐਡ ਕੀਤੇ ਜਾਣਗੇ ਜਿੱਥੇ ਲੈਵਲ 2 ਦਾ ਟ੍ਰੀਟਮੈਂਟ ਕੀਤਾ ਜਾਏਗਾ। ਇਸ ਤਰ੍ਹਾਂ ਡਿਸਟ੍ਰਿਕਟ ਦੇ ਵਿੱਚ ਲੈਵਲ 2 ਦੇ ਕੁੱਲ 173 ਬੈਡਸ ਅਵੇਲੇਬਲ ਹੋ ਜਾਣਗੇ। ਸੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਇਸ ਸਮੇਂ ਡਿਸਟ੍ਰਿਕਟ ਦੇ ਵਿੱਚ ਕੋਵਿਡ ਦੇ ਟ੍ਰੀਟਮੈਂਟ ਨੂੰ ਲੈ ਕੇ ਕੋਈ ਕਿਸੇ ਕਿਸਮ ਦੀ ਕਮੀ ਨਹੀਂ ਹੈ ਤੇ ਬਹੁਤ ਜਿਹੜਾ ਹੈ ਵਧੀਆ ਟ੍ਰੀਟਮੈਂਟ ਇੱਥੇ ਬੈਸਟ ਪੋਸੀਬਲ ਟ੍ਰੀਟਮੈਂਟ ਡਾਕਟਰਸ ਵੱਲੋਂ ਦਿੱਤਾ ਜਾ ਰਿਹਾ ਹੈ। ਆਕਸੀਜਨ ਦੀ ਸ਼ਾਰਟੇਜ ਅਸੀਂ ਦੇਖ ਰਹੇ ਹਾਂ ਪੂਰੇ ਹੀ ਕੰਟਰੀ ਦੇ ਵਿੱਚ ਫੇਸ ਹੋ ਰਹੀ ਹੈ। ਜਿੱਥੇ ਤੱਕ ਹੁਸ਼ਿਆਰਪੁਰ ਦੀ ਗੱਲ ਹੈ ਹਲੇ ਤੱਕ ਅਸੀਂ ਕਿਸੇ ਵੀ ਹਸਪੀਟਲ ਦੇ ਵਿੱਚ ਨਾ ਕਿ ਸਿਵਲ ਹਸਪੀਟਲ ਜਾਂ ਫਿਰ ਪ੍ਰਾਈਵੇਟ ਹਸਪੀਟਲ ਕਿਸੇ ਦੇ ਵਿੱਚ ਵੀ ਜੋ ਆਕਸੀਜਨ ਦੀ ਹੈ ਕਮੀ ਪੇਸ਼ ਨਹੀਂ ਆਉਣ ਦਿੱਤੀ ਤੇ ਨਾ ਹੀ ਆਉਣ ਦੇਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ। ਸੋ ਅਸੀਂ ਇੱਕ ਸੈਂਟਰਲੀ ਜਿਹੜੀ ਡਿਸਟ੍ਰਿਕਟ ਲੈਵਲ 'ਤੇ ਟੀਮ ਵੀ ਬਣਾਈ ਹੈ ਜਿਹੜੀ ਕਿ ਲਗਾਤਾਰ ਆਕਸੀਜਨ ਦੀ ਸਪਲਾਈ ਅਤੇ ਡਿਸਟ੍ਰੀਬਿਊਸ਼ਨ ਨੂੰ ਮੋਨੀਟਰ ਕਰ ਰਹੀ ਹੈ ਤਾਂ ਕਿ ਕਿਸੇ ਵੀ ਕਿਸਮ ਦੀ ਦਿੱਕਤ ਕਿਸੇ ਵੀ ਹਸਪੀਟਲ ਨੂੰ ਜਾਂ ਪੇਸ਼ੈਂਟ ਨੂੰ ਨਾ ਆਵੇ। ਇਸੇ ਤਰ੍ਹਾਂ ਜਿਹੜਾ ਜ਼ਰੂਰੀ ਡਰੱਗਸ ਅਤੇ ਮੈਡੀਸਿਨਸ ਨੇ ਕੋਵਿਡ ਟ੍ਰੀਟਮੈਂਟ ਨੂੰ ਲੈ ਕੇ ਜਿਵੇਂ ਰੈਮਡੈਸਿਵਿਰ ਹੈ ਇੰਜੈਕਸ਼ਨ ਇਸ ਦੀ ਸ਼ਾਰਟੇਜ ਨੂੰ ਵੀ ਦੇਖਦੇ ਹੋਏ ਡਿਸਟ੍ਰਿਕਟ ਲੈਵਲ ਟੀਮ ਬਣਾਈ ਗਈ ਹੈ ਜਿਹੜੀ ਅਲੱਗ-ਅਲੱਗ ਹਸਪੀਟਲਸ ਅਤੇ ਕੈਮਿਸਟਸ ਦੇ ਕੋਲ ਇਸ ਡਰੱਗ ਦੀ ਅਵੇਲੇਬਿਲਿਟੀ ਅਤੇ ਸਪਲਾਈ ਨੂੰ ਮੋਨੀਟਰ ਕਰੇਗੀ ਤਾਂ ਕਿ ਇਸ ਦੀ ਕੋਈ ਵੀ ਬਲੈਕ ਮਾਰਕੀਟਿੰਗ ਜਾਂ ਹੋਰਡਿੰਗ ਨਾ ਹੋ ਸਕੇ। ਅਸੀਂ ਨਿਰੰਤਰ ਇਹ ਚੈੱਕ ਕਰ ਰਹੇ ਹਾਂ ਕਿ ਜਿਹੜੀਆਂ ਕੋਵਿਡ ਦੇ ਨਾਲ ਸੰਬੰਧਿਤ ਜ਼ਰੂਰੀ ਇਲਾਜ ਦੇ ਨਾਲ ਸੰਬੰਧਿਤ ਵਸਤੂਆਂ ਹੈ ਉਸ ਦੀ ਕਿਸੇ ਤਰ੍ਹਾਂ ਦੀ ਵੀ ਹੋਰਡਿੰਗ ਨਾ ਹੋਵੇ, ਚਾਹੇ ਉਹ ਇੰਜੈਕਸ਼ਨਸ ਨੇ ਚਾਹੇ ਉਹ ਆਕਸੀਜਨ ਸਿਲੰਡਰਸ ਨੇ। ਜਿਹੜਾ ਵੀ ਕੋਈ ਵਿਅਕਤੀ ਇਸ ਕ੍ਰਿਟੀਕਲ ਸਮੇਂ 'ਤੇ ਇਹਨਾਂ ਜ਼ਰੂਰੀ ਵਸਤੂਆਂ ਦੀ ਦਵਾਈਆਂ ਦੀਆਂ ਸਿਲੰਡਰਸ ਦੀ ਹੋਰਡਿੰਗ ਬਲੈਕ ਮਾਰਕੀਟਿੰਗ ਕਰਦਾ ਹੋਇਆ ਪਾਇਆ ਜਾਏਗਾ ਉਸ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਜਦੋਂ ਤੱਕ ਸਵਾਲ ਹੈ ਜਿਹੜੀਆਂ ਨਵੀਆਂ ਰਿਸਟ੍ਰਿਕਸ਼ਨਸ ਸਰਕਾਰ ਵੱਲੋਂ ਅਨਾਊਂਸ ਹੋਈਆਂ ਨੇ ਲੋਕਡਾਊਨ ਨੂੰ ਲੈ ਕੇ, ਕਰਫਿਊ ਨੂੰ ਲੈ ਕੇ, ਮੈਂ ਉਹਦੇ ਬਾਰੇ ਥੋੜ੍ਹਾ ਡਿਟੇਲ ਦੇ ਵਿੱਚ ਦੱਸਣਾ ਚਾਹੁੰਦੀ ਹਾਂ ਕਿਉਂਕਿ ਬਹੁਤ ਸਾਰੀਆਂ ਕਨਫਿਊਜ਼ਨਸ ਇਸ ਦੇ ਬਾਰੇ ਆ ਰਹੀਆਂ ਨੇ। ਪਹਿਲੀ ਗੱਲ ਤਾਂ ਕਿ ਇਹ ਜਿਹੜੇ ਨਵੇਂ ਆਰਡਰਸ ਹੋਏ ਨੇ ਇਹ ਅਗਲੇ ਹੁਕਮਾਂ ਤੱਕ ਹੋਏ ਨੇ, ਇਹਦੀ ਕੋਈ ਡੇਟ ਹਲੇ ਨਹੀਂ ਹੈ, ਮਤਲਬ ਹਜੇ ਇਹ ਟਿਲ ਫਰਦਰ ਆਰਡਰਸ ਇਹੀ ਹੁਕਮ ਜਾਰੀ ਰਹਿਣਗੇ। ਸਾਰੀਆਂ ਦੁਕਾਨਾਂ ਜਿਹੜੀਆਂ ਹੈ ਉਹ ਡੇਲੀ 5 ਵਜੇ ਮੰਡੇ ਟੂ ਫਰਾਈਡੇ 5 ਵਜੇ ਬੰਦ ਹੋ ਜਾਇਆ ਕਰਨਗੀਆਂ। ਇਹਦੇ ਵਿੱਚ ਸਾਰੇ ਬਾਰਸ, ਹੋਟਲਸ, ਕੈਫੇ, ਰੈਸਟੋਰੈਂਟ ਇਹ ਐਨੀਵੇਜ਼ ਸਰਕਾਰ ਵੱਲੋਂ ਇਹ ਪਿਛਲੇ ਹੁਕਮਾਂ ਦੇ ਵਿੱਚ ਵੀ ਬੰਦ ਕਰ ਦਿੱਤੇ ਗਏ ਸੀ ਲੇਕਿਨ ਇਹਨਾਂ ਦੀ ਜਿਹੜੀ ਹੋਮ ਡਿਲੀਵਰੀ ਹੈ ਜਾਂ ਟੇਕ ਅਵੇ ਹੈ ਉਹ 9 ਵਜੇ ਤੱਕ ਅਲਾਉ ਕੀਤਾ ਗਿਆ ਹੈ। ਸੋ 5 ਵਜੇ ਦੁਕਾਨਾਂ ਬੰਦ ਹੋ ਸਕਦੀਆਂ ਨੇ ਹੋ ਜਾਣਗੀਆਂ ਤੇ ਜਿਹੜੀ ਇਹਨਾਂ ਦੀ ਡਿਲੀਵਰੀ ਹੈ 9 ਵਜੇ ਤੱਕ ਇਹ ਅਲਾਉਡ ਹੈ। ਡਾਈਨ ਇਨ ਮਤਲਬ ਕਿ ਹੋਟਲ ਜਾਂ ਕੈਫੇਟੇਰੀਆ ਜਾਂ ਰੈਸਟੋਰੈਂਟ ਦੇ ਵਿੱਚ ਬੈਠ ਕੇ ਡਾਈਨ ਇਨ ਉਹ ਅਲਾਉਡ ਨਹੀਂ ਹੈ।
ਵੀਕਐਂਡ ਦੇ ਉੱਤੇ ਕਰਫਿਊ ਲੱਗੇਗਾ। ਵੀਕਐਂਡ ਦੇ ਉੱਤੇ ਜਿਹੜੀਆਂ ਹੈ ਕੁਝ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰਾ ਕੁਝ ਬੰਦ ਰਹੇਗਾ। ਟੋਟਲ ਕਰਫਿਊ ਹੋਏਗਾ। ਇੱਕ ਤਰ੍ਹਾਂ ਨਾਲ ਜੇ ਮੈਂ ਕਹਾਂ ਕਿ 6 ਵਜੇ ਫਰਾਈਡੇ ਨੂੰ 6 ਵਜੇ ਤੋਂ ਲੈ ਕੇ ਮੰਡੇ ਨੂੰ 5 ਵਜੇ ਤੱਕ ਸਭ ਨੇ ਆਪਣੇ ਘਰਾਂ ਦੇ ਵਿੱਚ ਰਹਿਣਾ ਹੈ। ਦੇਰ ਵਿਲ ਬੀ ਕੰਪਲੀਟ ਕਰਫਿਊ। ਬਾਹਰ ਨਿਕਲਣ 'ਤੇ ਬਿਲਕੁਲ ਮਨਾਹੀ ਹੈ। ਇਸ ਦੇ ਨਾਲ ਹੀ ਥੋੜ੍ਹਾ ਹੋਰ ਇਹਨੂੰ ਕਲੀਅਰ ਕਰਦੇ ਹੋਏ ਕਿਹੜੀਆਂ ਵਸਤੂਆਂ ਜਾਂ ਕਿਹੜੀਆਂ ਸਰਵਿਸਿਜ਼ ਜਾਂ ਦੁਕਾਨਾਂ ਅਲਾਊਡ ਨੇ। ਕੈਮਿਸਟ ਸ਼ਾਪਸ ਜਿਹੜੀਆਂ ਹੈ ਉਹ 24/7 ਅਲਾਊਡ ਨੇ। ਇਸ ਤੋਂ ਇਲਾਵਾ ਜਿਹੜੀ ਜ਼ਰੂਰੀ ਵਸਤੂਆਂ ਦੇ ਵਿੱਚ ਮਿਲਕ, ਡੇਅਰੀ ਪ੍ਰੋਡਕਟਸ, ਫਲ ਫਰੂਟ, ਵੈਜੀਟੇਬਲਸ ਅਤੇ ਪੋਲਟਰੀ ਮੀਟ ਸ਼ਾਪਸ, ਇਹ ਜਿਹੜੀਆਂ ਡੇਲੀ 8 ਵਜੇ ਤੱਕ ਅਲਾਊਡ ਨੇ। ਵੀਕਐਂਡ ਦੇ ਉੱਤੇ ਇਹ ਵੀ ਅਲਾਊਡ ਨਹੀਂ ਹੋਊਗੀਆਂ। ਵੀਕਐਂਡ ਦੇ ਉੱਤੇ ਸਿਰਫ ਕੈਮਿਸਟ ਸ਼ਾਪ ਅਲਾਊਡ ਹੋਏਗੀ। ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ, ਸਾਡੇ ਕੋਲ ਹੁਣ ਸਫੀਸ਼ੀਐਂਟ ਟਾਈਮ ਹੈ, ਵੀਕਐਂਡ ਲਈ ਆਪਣਾ ਅਰੇਂਜਮੈਂਟ ਤੁਸੀਂ ਪਹਿਲਾਂ ਕਰਕੇ ਰੱਖੋ ਤਾਂ ਕਿ ਅਸੀਂ ਸੈਟਰਡੇ ਸੰਡੇ ਨੂੰ ਇਹ ਵਾਲੀਆਂ ਦੁਕਾਨਾਂ ਵੀ, ਕਿਉਂਕਿ ਅਸੀਂ ਪੂਰਨ ਤੌਰ 'ਤੇ ਬੰਦ ਰੱਖਣੀਆਂ। ਜਿਹੜੀਆਂ ਗਰੋਸਰੀ ਸ਼ਾਪਸ ਨੇ ਉਹ ਆਮ ਦਿਨਾਂ ਦੇ ਵਿੱਚ 5 ਵਜੇ ਤੱਕ ਖੁੱਲ੍ਹ ਸਕਦੀਆਂ ਨੇ। 5 ਵਜੇ ਤੋਂ ਬਾਅਦ ਬੰਦ ਹੋਣਗੀਆਂ। ਵੀਕਐਂਡ 'ਤੇ ਵੀ ਇਹ ਗਰੋਸਰੀ ਸ਼ਾਪਸ ਜਿਹੜੀਆਂ ਹੈ ਬੰਦ ਹੋਣਗੀਆਂ, ਕਿਉਂਕਿ ਵੀਕਐਂਡ ਜਿਹੜਾ ਹੈ ਕੰਪਲੀਟ ਕਰਫਿਊ ਹੈ। ਸਿਰਫ ਤੇ ਸਿਰਫ ਹਸਪੀਟਲਸ ਅਤੇ ਮੈਡੀਸਿਨ ਦੀਆਂ ਦੁਕਾਨਾਂ, ਉਹਨਾਂ ਨੂੰ ਛੂਟ ਹੈ। ਇਸ ਤੋਂ ਇਲਾਵਾ ਇੰਡਸਟਰੀ ਜਿਹੜੀ ਹੈ, ਇੰਡਸਟਰੀ ਨੂੰ ਆਪਰੇਟ ਕਰਨ ਦੀ ਛੂਟ ਦਿੱਤੀ ਗਈ ਹੈ। ਜਿਹੜੀ ਇੰਡਸਟਰੀ ਦੇ ਵਿੱਚ ਸਟਾਫ ਜਾਂ ਲੇਬਰ ਕੰਮ ਕਰਦੀ ਹੈ ਉਹਨਾਂ ਦੀ ਆਵਾਜਾਈ 'ਤੇ ਵੀ ਛੂਟ ਹੈ। ਲੇਕਿਨ ਇਸ ਦੇ ਲਈ ਜਿਹੜੇ ਇੰਡਸਟਰੀ ਵੱਲੋਂ ਜਿਹੜੇ ਕੋਈ ਵਹੀਕਲਸ ਨੇ, ਗੱਡੀਆਂ ਨੇ ਜਿਹਦੇ ਵਿੱਚ ਇੰਡਸਟਰੀ ਦਾ ਜ਼ਰੂਰੀ ਸਮਾਨ ਜਾਂਦਾ ਹੈ ਜਾਂ ਰॉ ਮਟੀਰੀਅਲ ਜਾਂਦਾ ਹੈ ਜਾਂ ਗੁੱਡਸ ਜਾਂਦੇ ਨੇ, ਵਸਤੂਆਂ ਜਾਂਦੀਆਂ ਨੇ, ਉਹ ਜਿਹੜੀ ਵਹੀਕਲਸ ਨੇ ਉਹਨਾਂ ਦੇ ਕੋਲ ਇੰਡਸਟਰੀ ਵੱਲੋਂ ਜਾਰੀ ਕੀਤੀ ਹੋਈ ਲੈਟਰ ਹੋਣੀ ਚਾਹੀਦੀ ਹੈ ਐਜ਼ ਅ ਪ੍ਰੂਫ, ਜੇਕਰ ਉਹਨਾਂ ਨੂੰ ਕੋਈ ਕਿਤੇ ਰੋਕਦਾ ਹੈ ਤਾਂ ਕਿ ਉਹ ਦਿਖਾ ਸਕਣ। ਇਸ ਤੋਂ ਇਲਾਵਾ ਟੂ ਐਂਡ ਫਰੋ ਮੂਵਮੈਂਟ ਆਫ ਪੈਸੇਂਜਰਸ, ਜੇਕਰ ਕੋਈ ਕਿਸੇ ਦੂਸਰੀ ਜਗ੍ਹਾ ਜਾਣਾ ਚਾਹੁੰਦਾ ਹੈ, ਬੱਸ, ਟ੍ਰੇਨ ਜਾਂ ਫਲਾਈਟ ਲੈਣਾ ਚਾਹੁੰਦਾ ਹੈ ਤਾਂ ਉਹ ਜਾ ਸਕਦੇ ਨੇ। ਉਹਨਾਂ ਦੀ ਮੂਵਮੈਂਟ 'ਤੇ ਕੋਈ ਰੋਕ ਨਹੀਂ ਹੈ। ਜਿਹੜੀਆਂ ਬੱਸਿਸ ਨੇ ਉਹ 50% ਕਪੈਸਿਟੀ, ਜਾਂ ਟੈਕਸੀਜ਼ ਜਾਂ ਜਿਹੜੇ ਆਟੋਜ਼ ਨੇ ਉਹ ਆਪਣੀ 50% ਕਪੈਸਿਟੀ 'ਤੇ ਹੀ ਜਿਹੜੇ ਹੈ ਪੈਸੇਂਜਰਸ ਲੈਣਗੇ। ਕੰਸਟਰਕਸ਼ਨ ਵਰਕ ਜਿਹੜਾ ਚੱਲ ਰਿਹਾ ਹੈ ਉਹ ਸਾਰੀ ਦਾ ਕੰਮ, ਚਾਹੇ ਉਹ ਗਵਰਨਮੈਂਟ ਪ੍ਰੋਜੈਕਟਸ ਦਾ ਕੰਮ ਹੈ, ਚਾਹੇ ਉਹ ਪ੍ਰਾਈਵੇਟ ਕੰਸਟਰਕਸ਼ਨ ਹੈ, ਰੂਰਲ ਅਤੇ ਅਰਬਨ ਏਰੀਆ ਦੇ ਵਿੱਚ, ਉਹ ਵੀ ਅਲਾਉ ਕੀਤੀ ਗਈ ਹੈ। ਇਹਨਾਂ ਰਿਸਟ੍ਰਿਕਸ਼ਨਸ ਦੇ ਵਿੱਚ ਇਹਨਾਂ ਨੂੰ ਵੀ ਛੋਟ ਦਿੱਤੀ ਗਈ ਹੈ। ਐਗਰੀਕਲਚਰ ਨਾਲ ਰਿਲੇਟਿਡ ਜਿਹੜੀਆਂ ਐਕਟੀਵਿਟੀਜ਼ ਨੇ, ਜਿਵੇਂ ਕਿ ਹੁਣ ਇਸ ਵੇਲੇ ਵੀਟ ਦੀ ਪ੍ਰੋਕਿਉਰਮੈਂਟ ਦਾ ਕੰਮ ਮੰਡੀਆਂ ਦੇ ਵਿੱਚ ਚੱਲ ਰਿਹਾ ਹੈ, ਉਸ ਨੂੰ ਵੀ ਇਸ ਕਰਫਿਊ ਰਿਸਟ੍ਰਿਕਸ਼ਨਸ ਅਤੇ ਲੋਕਡਾਊਨ ਰਿਸਟ੍ਰਿਕਸ਼ਨਸ ਤੋਂ ਛੋਟ ਦਿੱਤੀ ਗਈ ਹੈ। ਵੈਟਨਰੀ ਸਰਵਿਸਿਜ਼ ਨੂੰ ਵੀ ਇਸ ਤੋਂ ਛੋਟ ਮਿਲਦੀ ਹੈ ਅਤੇ ਐਨੀਮਲ ਹਸਬੈਂਡਰੀ, ਹਾਰਟੀਕਲਚਰ ਦੀ ਵੀ ਜੇਕਰ ਕੋਈ ਐਕਟੀਵਿਟੀ ਹੈ ਉਸ ਨੂੰ ਵੀ ਇਸ ਤੋਂ ਲੋਕਡਾਊਨ ਰਿਸਟ੍ਰਿਕਸ਼ਨਸ ਤੋਂ ਛੋਟ ਦਿੱਤੀ ਗਈ ਹੈ। ਈ-ਕਮਰਸ ਐਕਟੀਵਿਟੀਜ਼, ਮਤਲਬ ਕਿ ਜਿਹੜੀਆਂ ਕੁਛ ਹੋਮ ਡਿਲੀਵਰੀ ਦੀਆਂ ਕੰਪਨੀਜ਼ ਨੇ, ਈ-ਕਮਰਸ ਕੰਪਨੀਜ਼ ਨੇ, ਜਿਵੇਂ ਐਮਾਜ਼ੋਨ ਹੈ, ਫਲਿੱਪਕਾਰਟ ਹੈ, ਇਸ ਤਰ੍ਹਾਂ ਦੇ ਜਿਹੜੀ ਹੋਮ ਡਿਲੀਵਰੀ ਸਰਵਿਸਿਜ਼ ਨੇ, ਉਹਨਾਂ ਦੀ ਮੂਵਮੈਂਟ 'ਤੇ ਵੀ ਕੋਈ ਰੋਕ ਨਹੀਂ ਹੈ। ਪੈਟਰੋਲ ਪੰਪਸ, ਕਿਉਂਕਿ ਪ੍ਰੋਕਿਉਰਮੈਂਟ ਦਾ ਕੰਮ ਚੱਲ ਰਿਹਾ ਹੈ, ਇਸ ਤੋਂ ਇਲਾਵਾ ਪੈਟਰੋਲ ਪੰਪਸ ਅਤੇ ਐਂਬੂਲੈਂਸਿਸ ਵਗੈਰਾ ਨੂੰ ਵੀ, ਐਮਰਜੈਂਸੀ ਵਹੀਕਲਸ ਨੂੰ ਜ਼ਰੂਰਤ ਹੁੰਦੀ ਹੈ, ਇਸ ਲਈ ਪੈਟਰੋਲ ਪੰਪਸ ਨੂੰ ਵੀ 24/7 ਜਿਹੜੇ ਵੀ ਪੈਟਰੋਲ ਪੰਪਸ ਆਪਰੇਟ ਕਰਦੇ ਨੇ ਉਹਨਾਂ ਨੂੰ ਵੀ ਇਹਨਾਂ ਰਿਸਟ੍ਰਿਕਸ਼ਨਸ ਤੋਂ ਛੋਟ ਦਿੱਤੀ ਗਈ ਹੈ। ਵੈਕਸੀਨੇਸ਼ਨ ਕੈਂਪਸ ਕਿਉਂਕਿ ਲਗਾਤਾਰ ਲੱਗ ਰਹੇ ਨੇ, ਈਵਨ ਸੈਟਰਡੇ ਸੰਡੇ ਨੂੰ ਵੀ ਇਹ ਕੁਝ ਜਗ੍ਹਾ 'ਤੇ ਲੱਗਣਗੇ। ਵੈਕਸੀਨੇਸ਼ਨ ਕੈਂਪਸ 'ਤੇ ਜਿਹੜਾ ਹੈਲਥ ਸਟਾਫ ਕੰਮ ਕਰਦਾ ਉਹਨਾਂ ਦੀ ਆਵਾਜਾਈ ਲਈ ਵੀ ਛੂਟ ਹੈ। ਉਹਨਾਂ ਦੇ ਕੋਲ ਆਪਣੇ ਆਇਡੈਂਟੀਟੀ ਕਾਰਡ ਹੋਣੇ ਚਾਹੀਦੇ ਨੇ। ਇਸ ਦੇ ਨਾਲ ਹੀ ਜਿਹੜਾ ਗੈਦਰਿੰਗਸ ਅਤੇ ਮੈਰਿਜਸ ਜਾਂ ਫਿਊਨਰਲਸ ਜਾਂ ਫੰਕਸ਼ਨਸ, ਸੋਸ਼ਲ ਫੰਕਸ਼ਨਸ ਹੈ, ਉਹਦੇ ਬਾਰੇ ਜੋ ਇੰਸਟਰਕਸ਼ਨਸ ਨੇ ਉਹ ਇਹੀ ਨੇ ਕਿ 20 ਗੈਸਟਸ ਤੋਂ ਜ਼ਿਆਦਾ, ਇਹ ਚਾਹੇ ਮੈਰਿਜ ਹੈ ਜਾਂ ਫਿਊਨਰਲ ਹੈ ਜਾਂ ਕੋਈ ਹੋਰ ਪਾਰਟੀ ਹੈ, ਉਹਦੇ 'ਤੇ 20 ਤੋਂ ਜ਼ਿਆਦਾ ਗੈਸਟਸ ਅਲਾਉਡ ਨਹੀਂ ਹਨ। ਇਹਦੇ ਲਈ ਤੁਹਾਨੂੰ, ਜੇਕਰ ਤੁਸੀਂ ਇਸ ਤਰ੍ਹਾਂ ਦਾ ਕੋਈ ਫੰਕਸ਼ਨ ਕਰ ਰਹੇ ਹੋ ਕਿਸੇ ਹੋਟਲ ਦੇ ਵਿੱਚ ਜਾਂ ਕਿਤੇ ਖੁੱਲ੍ਹੇ ਏਰੀਆ ਦੇ ਵਿੱਚ, ਤਾਂ ਤੁਹਾਨੂੰ ਕਰਫਿਊ ਪਾਸ ਲੈਣਾ ਪਏਗਾ ਕੰਸਰਨਡ SDM ਤੋਂ ਕਿ ਅਸੀਂ ਇੰਨੇ 20 ਬੰਦੇ, ਇਹ ਵਾਲੇ 20 ਬੰਦੇ ਅਸੀਂ ਇਸ ਫੰਕਸ਼ਨ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ, ਤੇ ਸਾਨੂੰ ਪਾਸ ਦਿੱਤਾ ਜਾਵੇ। ਉਹ ਪਾਸ ਤੁਹਾਨੂੰ ਕੰਸਰਨਡ SDM ਤੋਂ ਵੈਲ ਇਨ ਐਡਵਾਂਸ ਲੈਣਾ ਪਏਗਾ। ਜਿਹੜੀਆਂ ਮੈਰਿਜਸ 30 ਅਪ੍ਰੈਲ ਤੱਕ ਆਲਰੇਡੀ ਬੁੱਕਡ ਨੇ ਜਾਂ ਆਲਰੇਡੀ ਫਿਕਸਡ ਨੇ,
वो मैरिजेस 9 ਵਜੇ ਤੱਕ ਵਾਈਂਡ ਅਪ ਕਰਨੀਆਂ ਜ਼ਰੂਰੀ ਨੇ, ਜਿਸ ਦਾ ਮਤਲਬ ਹੈ ਕਿ ਜੇ ਤੁਹਾਡੇ ਫੰਕਸ਼ਨ 30 ਅਪ੍ਰੈਲ ਤੋਂ ਪਹਿਲਾਂ ਬੁੱਕ ਹੋਇਆ ਹੈ ਤੁਸੀਂ ਉਹ ਫੰਕਸ਼ਨ ਕਰ ਸਕਦੇ ਹੋ, ਲੇਕਿਨ 9 ਵਜੇ ਤੱਕ ਰਾਤ ਨੂੰ तो फंक्शन ਨੂੰ ਵਾਈਂਡ ਅਪ ਕਰਨਾ ਜ਼ਰੂਰੀ ਹੈ। 9 ਵਜੇ ਤੋਂ ਬਾਅਦ ਫੰਕਸ਼ਨ ਨਹੀਂ ਚੱਲ ਸਕਦਾ। 30 ਅਪ੍ਰੈਲ ਤੋਂ ਬਾਅਦ ਜਿਹੜੀਆਂ ਵੀ ਮੈਰਿजेस ਆਲਰੇਡੀ ਫਿਕਸਡ ਨੇ ਜਾਂ ਜੇ ਕਿਸੇ ਨੇ ਫਿਕਸ ਕਰਨੀਆਂ ਆ ਤਾਂ ਉਹ ਐਜ਼ ਪਰ ਦੀਜ਼ ਨਿਊ ਗਾਈਡਲਾਈਨਸ ਇਸ ਤਰ੍ਹਾਂ ਫਿਕਸ ਕੀਤੀਆਂ ਜਾਣ ਕਿ ਉਹ 5 ਵਜੇ ਦਾ ਜਿਹੜਾ ਲੋਕਡਾਊਨ ਹੈ ਅਤੇ ਜਿਹੜਾ ਵੀਕਐਂਡ ਕਰਫਿਊ ਹੈ ਉਸ ਦਾਇਰੇ ਦੇ ਅੰਦਰ ਹੀ ਹੋ। ਰਾਤ ਨੂੰ ਮੈਰਿजेस ਜਿਹੜੀਆਂ ਨੇ ਉਹ ਅਲਾਉਡ ਨਹੀਂ ਹੋਣਗੀਆਂ ਤੇ ਵੀਕਐਂਡ ਤੇ ਵੀ ਮੈਰਿजेस ਅਲਾਉਡ ਨਹੀਂ ਹੋਣਗੀਆਂ। ਲਾਸਟ ਗੱਲ ਜਿਹੜੀ ਮੈਂ ਕਰਨਾ ਚਾਹੂੰਗੀ ਉਹ ਵੈਕਸੀਨੇਸ਼ਨ ਦੇ ਬਾਰੇ ਹੈ। ਇਸ ਟਾਈਮ ਅਸੀਂ ਜ਼ਿਲ੍ਹੇ ਦੇ ਵਿੱਚ ਤਕਰੀਬਨ 2.5 ਲੱਖ ਲੋਕਾਂ ਨੂੰ ਵੈਕਸੀਨੇਟ ਕਰ ਚੁੱਕੇ ਹਾਂ ਤੇ ਵੈਕਸੀਨੇਸ਼ਨ ਦਾ ਲਗਾਤਾਰ ਕੰਮ ਚੱਲ ਰਿਹਾ ਹੈ। 1 ਮਈ ਤੋਂ 18 ਸਾਲ ਤੋਂ 45 ਸਾਲ ਦੀ ਜਿਹੜੀ ਏਜ ਕੈਟੇਗਰੀ ਹੈ ਉਹਨੂੰ ਵੀ ਵੈਕਸੀਨੇਸ਼ਨ ਲਗਾਉਣ ਲਈ ਅਲਾਉ ਕਰ ਦਿੱਤਾ ਗਿਆ ਹੈ। ਕੋਵਿਨ ਪੋਰਟਲ ਹੈ ਜਿਹੜਾ COWIN ਕੋਵਿਨ ਪੋਰਟਲ ਹੈ ਜਿਹਦੇ 'ਤੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਵੈਕਸੀਨ ਲਗਵਾਉਣ ਦੇ ਲਈ। ਮੈਂ ਇੱਥੇ ਇਹ ਵੀ ਦੱਸਣਾ ਚਾਹੂੰਗੀ ਕਿ 18 ਤੋਂ 45 ਸਾਲ ਦੀ ਉਮਰ ਦੇ ਵਿੱਚ ਜਿਹੜਾ ਕੋਈ ਵੈਕਸੀਨ ਲਗਵਾਉਣਾ ਚਾਹੁੰਦਾ ਹੈ ਉਹਨੂੰ ਇਹ ਕੋਵਿਨ ਪੋਰਟਲ 'ਤੇ ਰਜਿਸਟਰ ਕਰਨਾ ਮੈਂਡੇਟਰੀ ਹੈ। ਰਜਿਸਟਰ ਕਰਕੇ ਤੁਸੀਂ ਜਿਹੜਾ ਤੁਹਾਡਾ ਨੀਅਰੈਸਟ ਵੈਕਸੀਨ ਸੈਂਟਰ ਹੋਏਗਾ ਉਹ ਚੂਜ਼ ਕਰਕੇ ਉੱਥੇ ਜਾ ਕੇ ਆਪਣਾ ਜਿਹੜਾ ਰਜਿਸਟ੍ਰੇਸ਼ਨ ਨੰਬਰ ਦਿਖਾ ਕੇ ਤੁਸੀਂ ਵੈਕਸੀਨ ਲਗਾ ਸਕਦੇ ਹੋ। ਹੋਰ ਜੇ ਇਸ ਦੇ ਸੰਬੰਧ ਦੇ ਵਿੱਚ ਕੋਈ ਇਨਸਟਰਕਸ਼ਨਸ ਜਾਂ ਨਵੀਂ ਹਦਾਇਤਾਂ ਆਈਆਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਪਰ ਮੈਂ ਸਾਰੇ 18 ਸਾਲ ਤੋਂ ਉੱਪਰ ਵਾਲੇ ਵਿਅਕਤੀਆਂ ਨੂੰ ਇਹ ਰਿਕੁਐਸਟ ਕਰੂੰਗੀ ਕਿ ਆਪਣੇ ਰਜਿਸਟ੍ਰੇਸ਼ਨ ਜਲਦ ਤੋਂ ਜਲਦ ਕੋਵਿਨ ਦੇ ਉੱਤੇ ਕਰਾਈ ਜਾਵੇ ਤਾਂ ਕਿ ਅਸੀਂ ਵੈਕਸੀਨੇਟ ਕਰਾ ਕੇ ਆਪਣੇ ਆਪ ਨੂੰ ਕੋਵਿਡ ਤੋਂ ਬਚਾ ਸਕੀਏ। ਅਸੀਂ ਬਾਰ-ਬਾਰ ਇਹ ਰਿਪੀਟ ਕਰ ਰਹੇ ਹਾਂ, ਮੈਂ ਦੁਬਾਰਾ ਰਿਪੀਟ ਕਰੂੰਗੀ ਕਿ ਵੈਕਸੀਨੇਸ਼ਨ ਸਾਡੀ ਕੋਵਿਡ ਨਾਲ ਲੜਨ ਦੀ क्षमता ਨੂੰ ਵਧਾਉਂਦੀ ਹੈ। ਵੈਕਸੀਨ ਲਗਾਉਣ ਦੇ ਨਾਲ ਇਹ ਜ਼ਰੂਰੀ ਨਹੀਂ ਹੈ ਕਿ ਕੋਵਿਡ ਦੀ ਇਨਫੈਕਸ਼ਨ ਤੁਹਾਨੂੰ ਨਹੀਂ ਹੋਏਗੀ, ਪਰ ਇਹ ਸ਼ੋਰਿਟੀ ਹੈ ਕਿ ਜੇ ਤੁਹਾਨੂੰ ਕੋਵਿਡ ਹੋ ਜਾਂਦਾ ਉਸ ਤੋਂ ਬਾਅਦ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਤੁਹਾਡੇ ਸਰੀਰ ਦੇ ਵਿੱਚ ਕੋਵਿਡ ਨਾਲ ਲੜਨ ਦੀ क्षमता ਬਹੁਤ ਜ਼ਿਆਦਾ ਹੋਏਗੀ, ਤੁਹਾਡੀ ਹਸਪੀਟਲਾਈਜੇਸ਼ਨ ਨਹੀਂ ਹੋਏਗੀ ਤੇ ਜਿਹੜੇ ਕੋਵਿਡ ਦੇ ਨਾਲ ਡੈਥ ਦੇ ਚਾਂਸਸ ਹੁੰਦੇ, ਪ੍ਰੋਬੇਬਿਲਿਟੀ ਹੁੰਦੀ ਹੈ, ਉਹ ਇਸ ਵੈਕਸੀਨ ਦੇ ਨਾਲ ਤਕਰੀਬਨ ਖਤਮ ਹੋ ਜਾਂਦੀ ਹੈ। ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਰੇ ਵੈਕਸੀਨ ਲਗਵਾਈਏ ਤੇ ਜਲਦ ਤੋਂ ਜਲਦ ਲਗਵਾਈਏ। ਇਸ ਤੋਂ ਇਲਾਵਾ ਇਹ ਸਾਰੀਆਂ ਜਿਹੜੀਆਂ ਹਦਾਇਤਾਂ ਨੇ ਸਰਕਾਰ ਦੀਆਂ ਉਹਦੀ ਪਾਲਣਾ ਕੀਤੀ ਜਾਵੇ। ਇਸ ਟਾਈਮ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਘਰਾਂ 'ਚ ਬੈਠੀਏ, ਆਪਸ ਦੇ ਵਿੱਚ ਘੱਟ ਮਿਕਸਅਪ ਹੋਈਏ ਤਾਂ ਕਿ ਇਹ ਜਿਹੜੀ ਚੇਨ ਹੈ ਕੋਵਿਡ ਵਾਇਰਸ ਦੀ, ਕਰੋਨਾ ਵਾਇਰਸ ਦੀ, ਇਹ ਟੁੱਟ ਸਕੇ, ਕੇਸਿਸ ਘੱਟ ਸਕਣ ਤੇ ਅਸੀਂ ਜਲਦੀ ਤੋਂ ਜਲਦੀ ਇਹ ਜਿਹੜੀ कोविड-19 ਦੀ ਜਿਹੜੀ ਸਮੱਸਿਆ ਹੈ ਇਸ ਨੂੰ ਤੋਂ ਨਿਜਾਤ ਪਾ ਸਕੀਏ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਮਾਸਕ ਹਮੇਸ਼ਾ ਯੂਜ਼ ਕਰੀਏ, ਸੋਸ਼ਲ ਡਿਸਟੈਂਸਿੰਗ ਰੱਖੀਏ, हैंड हाइजीन रखिए ਤੇ ਡਾਕਟਰਸ ਦੀ ਐਡਵਾइस ਨੂੰ फॉलो करिए।